Okay, so now we are going to start exercise 8.2. So 8.2 ਦੇ ਵਿੱਚ ਆਪਣੇ ਕੋਲ question ਦੇਖੋ ਕੀ given ਹੈ। ਕਹਿੰਦਾ ABCD is a quadrilateral in which P, Q, R and S are the midpoints of the side AB, BC, CD, DA respectively. AC is a diagonal। ਤਾਂ ਨੀਚੇ ਆਪਣੇ ਕੋਲ ਪ੍ਰੂਫ ਕਰਨ ਵਾਲੇ questions ਨੇ ਤੁਹਾਡੇ। ਸੋ ਚਲੋ ਪਹਿਲਾਂ ਮੈਂ ਇੱਥੇ ਡਾਇਗਰਾਮ ਜਿਹਾ ਬਣਾ ਲੈਣਾ। ਕੁਆਡਰੀਲੇਟਰਲ ਬਣਾਉਣਾ ਹੈ ਤਾਂ ਕੁਆਡਰੀਲੇਟਰ ਨੇ ਵਰਡ ਯੂਜ਼ ਕੀਤਾ ਹੈ ਤਾਂ ਇਟ ਮੀਨਸ ਇਹ ਜਿਹੜਾ ਤੁਹਾਡਾ ਕੁਆਡਰੀਲੇਟਰਲ ਹੈ ਕੋਈ ਸਪੈਸੀਫਿਕ ਟਾਈਪ ਨਹੀਂ ਹੈਗੀ, ਜਸਟ ਅ ਕੁਆਡਰੀਲੇਟਰ ਹੈ ਜਿੰਦੀਆਂ 4 ਸਾਈਡਸ ਹੈਗੀ। ਠੀਕ ਹੈ, ਕੋਈ ਸਪੈਸੀਫਿਕ ਟਾਈਪ ਦਾ ਕੁਆਡਰੀਲੇਟਰਲ ਨਹੀਂ ਹੈ ਸਾਡਾ। ਸੋ ਇਟਸ ਨੇਮ ਇਜ਼ A B C D and question च given है कि ABCD is a coordinate in which P, Q, R, S are the midpoints। midpoints ने साडे कोल यानी कि AB ਦਾ ਜਿਹੜਾ midpoint ਹੈ ਉਹ P है, BC ਦਾ ਜਿਹੜਾ midpoint है ਉਹ Q है ਤੇ CD ਦਾ midpoints ਜਿਹੜਾ ਹੈ ਉਹ R है ਤੇ AD ਦਾ midpoint ਜਿਹੜਾ ਹੈ ਉਹ S है। ਐਵੇਂ ਕਰਕੇ ਸੋ ਅਸੀਂ ਇਹਦੇ ਵਿੱਚ ਇੱਕ AC ਜਿਹੜਾ ਹੈ ਉਹ ਡਾਇਗੋਨਲ ਸਾਡੇ ਕੋਲ ਹੈ। AC is a diagonal। ਸੋ ਕੁਐਸਚਨ ਇਜ਼ ਅਸੀਂ ਇਹ ਪ੍ਰੂਫ ਕਰਕੇ ਦਿਖਾਣਾ ਕਿ SR is half of AC। ਠੀਕ ਹੈ, ਸੋ ਆਪਾਂ ਇਹਨੂੰ ਜੁਆਇਨ ਵੀ ਕਰ ਦਿੰਦੇ ਇਹਨਾਂ ਨੂੰ ਆਪਸ ਦੇ ਵਿੱਚ। ਆ ਇੱਧਰ ਜੁਆਇਨ ਹੋ ਗਿਆ ਇਹਦੇ ਨਾਲ, ਇੱਧਰੋਂ ਆ ਹੋ ਗਿਆ, ਆ ਵੀ ਇੱਧਰੋਂ ਹੋ ਗਿਆ ਤੇ ਇੱਧਰੋਂ ਆ ਹੋ ਗਿਆ। ਸੋ ਦਿਸ ਇਜ਼ ਦਾ ਡਾਇਗਰਾਮ ਜਿਹੜਾ ਤੁਹਾਡਾ ਬਣੇਗਾ ਇਸ ਕੁਐਸਚਨ ਨੂੰ ਲੈ ਕੇ। ਉਹ ਡਾਇਗਰਾਮ ਇਹ ਹੈ। तो फर्स्ट ऑफ ऑल अपन इनके च गिवन है, क्या गिवन है, क्वाड्रिलेटरल ABCD। अपन ने क्वाड्रिलेटरल गिवन है ABCD एंड और अपन गिवन की है इन विच P, Q, R and S are the midpoints। ये midpoints of AB, BC, CD and ED। ਇਹ ਸਾਡਾ ਸਾਰਾ ਜੋ ਕੁਝ ਵੀ ਸੀਗਾ ਗਿਵਨ ਵਿੱਚ ਸੀਗਾ ਆਪਣੇ ਕੋਲ। ਟੂ ਪ੍ਰੂਫ ਤੁਹਾਡੇ ਬੁੱਕ 'ਚ ਆਲਰੇਡੀ ਹੈਗਾ ਵਾ, ਮੈਂ ਸਿੱਧਾ ਪ੍ਰੂਫ ਕਰਨ ਜਾ। ਹੁਣ ਪ੍ਰੂਫ ਦੇ ਲਈ ਫਰਸਟ ਆਫ ਆਲ ਆਪਾਂ ਗੱਲ ਕਰਦੇ ਹਾਂ ਇਹਦੇ 'ਚ that in triangle ABC, ਜੇ ABC ਟ੍ਰਾਇੰਗਲ ਦੀ ਗੱਲ ਕਰਾਂ ਤਾਂ ਆਪਾਂ ਨੂੰ ਪਤਾ ਹੈ ਪਿੱਛੇ ਅਸੀਂ ਪੜ੍ਹ ਕੇ ਵੀ ਮਿਡ ਪੁਆਇੰਟ ਥਿਊਰਮ ਤੁਹਾਡੇ ਕਿਹਾ ਸੀਗੀ। ਦੇਖੋ ਜਿਵੇਂ ਆਹ ਟ੍ਰਾਇੰਗਲ ਹੈਗਾ ਵਾ, ਇਸ ਟ੍ਰਾਇੰਗਲ ਦਾ ਨਾਮ ਹੈ ਮੰਨ ਲਓ ABC ਤੇ ਇਹਦੇ ਮਿਡ ਪੁਆਇੰਟਸ ਨੂੰ ਜੇ ਅਸੀਂ ਆਪਸ ਵਿੱਚ ਜੋੜ ਦਿੰਨੇ ਆ, ਮਿਡ ਪੁਆਇੰਟ ਨੂੰ ਆਪਾਂ ਆਪਸ ਵਿੱਚ ਜੋੜ ਦਿੰਨੇ ਆ ਤਾਂ ਜਿਹੜਾ ਮਿਡ ਪੁਆਇੰਟ ਜੋੜਨੇ ਚਾਹੀਦੇ ਨੇ। ਇਹ ਨਹੀਂ ਕਿ ਕੋਈ ਹੋਰ ਪੁਆਇੰਟਸ ਹੋਵੇ ਕਿ ਕਿਤੇ ਵੀ ਜੋੜ ਦੀ, ਨਹੀਂ ਕਿਤੇ ਨਹੀਂ, ਮਿਡ ਪੁਆਇੰਟ ਤੇ ਹੀ ਜੋੜਨਾ ਚਾਹੀਦਾ ਤੁਹਾਡੇ ਕੋਲ ਦੋਨੋਂ ਪਾਸਿਓ। ਤਾਂ ਉਸ ਕੇਸ 'ਚ ਜਿਹੜੀ ਆ ਲਾਈਨ ਹੁੰਦੀ ਹੈ ਪੈਰਲਲ ਵੀ ਹੁੰਦੀ ਹੈ, ਇਹ ਲਾਈਨ ਪੈਰਲਲ ਵੀ ਹੁੰਦੀ ਹੈ BC ਦੇ। ਤੇ ਦੂਜੀ ਗੱਲ ਕੀ ਹੈ ਕਿ ਇਹ ਜਿਹੜੀ ਲਾਈਨ ਹੈ that is equal to half of BC ਵੀ ਹੁੰਦਾ। ਇਹ ਸਾਡੀ ਮਿਡ ਪੁਆਇੰਟ ਥਿਓਰਮ ਸੀਗੀ ਜੋ ਅਸੀਂ ਲਾਸਟ ਟਾਈਮ ਪ੍ਰੂਫ ਕੀਤੀ ਸੀਗੀ ਵੀ this is parallel to this ਹੁੰਦਾ ਤੇ ਆ ਇਹਦੇ ਹਾਫ ਆਫ ਹੁੰਦਾ। तो आ दो गल्लां आपां इहदे च यूज कीतियां सी, बस इसी नूं असीं इत्थे फॉलो करना। सो ये तुहानूं डायग्राम कित्थे नजर आ रहा, देखो ABC आ ट्रायंगल नजर आ, टेढ़ा जिहा बनाया है ना आ जी, आ चीज इहदे च आ लाइन जिहड़ी है इस दे पैरेलल दे विच हैगी है इहदे च। ठीक है, सो तुसीं लिख सकदे हो सिंस P and Q are the midpoints of AB and BC। ठीक है, मिड पॉइंट्स ने। therefore PQ is parallel to AC। ਜਿਹੜਾ PQ है वो AC ਦੇ ਪੈਰਲਲ ਦੇ ਵਿੱਚ ਹੈ ਤੇ ਜੇ ਪੈਰਲਲ ਦੇ ਵਿੱਚ ਹੈ ਤਾਂ ਉੱਪਰ ਦੇਖੋ ਮੈਂ ਹੁਣੇ ਇੱਥੇ ਤੁਹਾਨੂੰ ਪ੍ਰੂਫ ਦੱਸਿਆ ਵੀ ਰਿਜ਼ਲਟ ਮਿਡ ਪੁਆਇੰਟ ਥਿਓਰਮ ਦਾ, ਉਹ ਆਪਾਂ ਇੱਥੇ ਲਗਾ ਸਕਦੇ ਹਾਂ। ਇਟ ਮੀਨਸ ਜੋ PQ ਹੈ that is equal to half of
AC and ਤੁਸੀਂ ਇਹਦਾ ਰੀਜ਼ਨ ਲਿਖ ਸਕਦੇ ਹੋ ਮਿਡ ਪੁਆਇੰਟ ਥਿਓਰਮ। ठीक है, मिड पॉइंट थ्योरम का ਅਸੀਂ ਇੱਥੇ ਰਿਜ਼ਲਟ ਜਿਹੜਾ ਹੈ ਉਹ ਅਪਲਾਈ ਕੀਤਾ ਹੈ ਕਿ ਜਿਹੜਾ PQ ਹੈ that is half of AC ਦੇ ਬਰਾਬਰ ਹੋਏਗਾ ਇਹਦੇ ਵਿੱਚ। in the same way ਇਹਨੂੰ ਨੰਬਰ 1 ਦੇ ਦਿਓ। in the same way ਆਪਾਂ ਦੂਜੇ ਵਾਲੇ ਪਾਸੇ ਜਾਣਾ, ਅਸੀਂ ਆ ਵੀ ਤਾਂ ਪ੍ਰੂਫ ਕਰਨਾ ਕਿ ਜਿਹੜਾ SR ਹੈ ਉਹ AC ਦੇ ਪੈਰਲਲ ਦੇ ਵਿੱਚ ਹੈ। ਤਾਂ ਸੇਮ ਆਪਾਂ ਇਸ ਵਾਲੇ ਪਾਰਟਸ ਵਿੱਚ ਵੀ ਸੇਮ ਏਦਾਂ ਹੀ ਕਰ ਸਕਦੇ ਜਿੱਦਾਂ ਆਪਾਂ ABC ਟ੍ਰਾਇੰਗਲ ਲੈ ਕੇ ਕੀਤਾ ਸੀਗਾ, ਸੇਮ ਏਦਾਂ ਜਿਹੜਾ ਹੈ ਆਪਾਂ ਇੱਥੇ ਵੀ ਕਰ ਸਕਦੇ। ਠੀਕ ਹੈ, ਸੋ ਇਹਦੇ ਲਈ अपने को अगेन ਹੁਣ ਆਪਾਂ ਇਹਦੇ ਜਿਹੜਾ ਟ੍ਰਾਇੰਗਲ ਯੂਜ਼ ਕਰਨਾ ਹੈ that triangle is in triangle ACT। AC ट्रायंगल ਚ ਦੇਖੋ ਸੇਮ ਬਿਲਕੁਲ ਇਦਾਂ ਹੀ ਆਪਣੇ ਕੋਲ ਇਹਦੇ ਚ ਵੀ ਹੈ ਕਿ ਆ in ACT ट्रायंगल ਦੇ ਵਿੱਚ S and R are the mid points। ਇਹ ਜਿਹੜੇ ਨੇ mid points ਨੇ। ठीक है, ਸੋ ਆਪਾਂ ਇਹਦੇ ਚ ਲਿਖ ਸਕਦੇ ਹਾਂ SR is parallel to AC। ਜੇ ਪੈਰਲਲ ਵਿੱਚ ਹੈਗਾ ਤਾਂ ਇਹ ਫਿਰ ਹਾਫ ਦੇ ਇਕੁਅਲ ਵੀ ਹੋਏਗਾ, ਯਾਨੀ ਕਿ SR is equal to half of AC। ਰੀਜ਼ਨ is by midpoint theorem। midpoint theorem ਦੇ ਅਕੋਰਡਿੰਗ ਆ ਚੀਜ਼ ਹੋ ਜਾਏਗੀ ਆਪਣੇ ਕੋਲ। ਸੋ ਇਹ ਤੁਹਾਡਾ ਫਸਟ ਪਾਰਟ ਪ੍ਰੂਫ ਹੋ ਗਿਆ ਇਹਦੇ ਚ। ਸੈਕਿੰਡ ਪਾਰਟ ਚ ਉਹਨੇ ਸਾਨੂੰ ਕੀ ਕਿਹਾ ਪ੍ਰੂਫ ਕਰਨ ਦੇ ਲਈ ਕਿ PQ is equal to SR। ਸੋ from equation 1 and 2 ਦੇਖੋ ਇਹਨੂੰ ਨੰਬਰ ਆਪਾਂ 2 ਕਹਿ ਦਿੰਦੇ ਇੱਥੇ। ਸੋ from equation 1 and 2 1 and 2 ਚ ਦੇਖੋ ਦੋਨਾਂ ਦੇ ਵਿੱਚ ਹਾਫ ਆਫ AC ਹਾਫ ਆਫ AC ਆਂਦਾ ਪਿਆ ਵਾ ਤੇ ਜੇ ਦੋਨਾਂ ਚ ਹਾਫ ਆਫ AC ਹਾਫ ਆਫ AC ਆ ਰਿਹਾ ਹੈ so it means you can write directly that PQ is equal to SR। ਜਿਹੜਾ PQ ਹੈ ਉਹ SR ਦੇ ਬਰਾਬਰ ਹੋ ਜਾਏਗਾ। and third thing ਜਿਹੜਾ ਲਿਖਿਆ ਉਹਨੇ PQRS S is a parallelogram, ਉਹ ਵੀ ਦੇਖੋ ਪ੍ਰੂਫ ਹੋ ਗਿਆ ਤੁਹਾਡਾ ਉੱਪਰ ਤੋਂ ਹੀ ਕਿਹਾ ਕਿ PQ is parallel to AC in the sorry PQ is parallel to AC। ठीक है, इन नंबर दे दो सी 1 2 3। ठीक है, and SR is parallel to AC। ਤੇ ਜਿਹੜਾ SR ਹੈ ਉਹ AC ਦੇ ਪੈਰਲਲ ਦੇ ਵਿੱਚ ਹੈਗਾ ਤੇ ਜੇ ਆ ਇਹਦੇ ਪੈਰਲਲ ਦੇ ਵਿੱਚ ਹੈ ਆ ਇਹਦੇ ਪੈਰਲਲ ਦੇ ਵਿੱਚ ਹੈਗਾ ਵਾ ਇਟ ਮੀਨਸ ਆਪਾਂ ਲਿਖ ਸਕਦੇ ਹਾਂ from third and fourth ਆਪਾਂ ਕੋਲ ਦੇਖੋ ਤੇ AC ਦੋਨਾਂ ਦੇ ਵਿੱਚ ਆਂਦਾ ਪਿਆ। ਇਟ ਮੀਨਸ from third and fourth that PQ is parallel to SR। ਆ ਸਾਡਾ ਪੈਰਲਲ ਪ੍ਰੂਫ ਕਰਤਾ। पैरेलल प्रूफ करता ते इक्वल ਅਸੀਂ ऑलरेडी प्रूफ कर चुके हैं। PQ is equal to SR ਇਹ ਅਸੀਂ ऑलरेडी ਉੱਪਰ प्रूफ कर चुके हैं। ਸੋ ਇਹ ਤਾਂ ਅਸੀਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਕਿਸੇ ਪੈਰਲਲੋਗ੍ਰਾਮ ਦੇ ਵਿੱਚ ਜਦੋਂ ਆਪਾਂ ਸੇਮ ਲਾਈਨਾਂ ਨੂੰ ਪੈਰਲਲ ਪ੍ਰੂਫ ਕਰ ਦਈਏ ਤੇ ਨਾਲ ਹੀ ਆਪਾਂ ਨੂੰ ਇਕੁਅਲ ਵੀ ਪ੍ਰੂਫ ਕਰ ਦਿੰਦੇ। ਜੇ ਦੋਨੋਂ ਗੱਲਾਂ ਹੋ ਜਾਂਦੀਆਂ ਨੇ ਤਾਂ ਆਪਾਂ ਇੱਥੇ ਲਿਖ ਸਕਦੇ ਹਾਂ that thus PQRS is a पैरेललोग्राम। इत्थों आपां नूं ये प्रूफ हो गया कि PQRS is a पैरेललोग्राम। एक साडा पैरेललोग्राम हो जाएगा which we want to prove, जो असीं चाहते भी सी प्रूफ कर। ठीक है, सो इस तरीके नाल जिहड़ा है एक क्वेश्चन तुहाडा कंप्लीट हो गया। नाउ मूव टू द सेकंड क्वेश्चन। सेकंड क्वेश्चन इज सेम क्या कहंदा पिया आपां नूं, कहंदा है इहदे च ABCD is a rhombus। अच्छा उन्हें रोम्बस की गल की साडे नाल तां रोम्बस चलो बनाइए फिर इनका ओके। उन्हें क्या A B C ते D ABCD जिहड़ा एक रोम्बस है। PQRS are the midpoints, यानी कि ਜਿਹੜਾ AB है is the midpoint अपने कोल P है। AB ਜਿਹੜਾ है उनका midpoint P है। BC ਦਾ midpoint अपने कोल Q है। CD ਦਾ midpoint अपने कोल R है ਤੇ AD ਦਾ midpoint अपने कोल ਜਿਹੜਾ ਉਹ S है। ਇਹਨਾਂ ਨੂੰ ਅਸੀਂ ਆਪਸ ਵਿੱਚ ਜੁਆਇਨ ਕਰ ਦਿੰਨੇ ਆ।
एंड द सेकंड थिंग ਆਪਾਂ ਇਹਦੇ ਚ AC ਨੂੰ ਵੀ ਆਪਸ ਵਿੱਚ ਜੁਆਇਨ ਕਰ ਦਿੰਦੇ। ਡਾਇਗਰਾਮ ਸੇਮ ਹੀ ਹੈ, ਡਾਇਗਰਾਮ 'ਚ ਕੋਈ ਫਰਕ ਨਹੀਂ ਹੈ ਜੋ ਪਿੱਛੇ ਬਣਾਇਆ ਸੀ, ਬਸ ਚੇਂਜ ਸਿਰਫ ਇੰਨਾ ਹੈ ਕਿ ਇੱਥੇ ਆਪਾਂ ਉਹਨੇ ਕਹਿ ਦਿੱਤਾ ਕੁਐਸਚਨ ਦੇ ਅੰਦਰ ਕਿ ABCD ਇਜ਼ ਅ ਰੋਮਬਸ, ਉਹਨੇ ਆ ਸਾਨੂੰ ਕਹਿਤਾ, ਜਦਕਿ ਪਿਛਲੇ ਕੁਐਸਚਨ ਦੇ ਵਿੱਚ ਉਹਨੇ ਏਦਾਂ ਕੁਝ ਨਹੀਂ ਸੀ ਕਿਹਾ ਸਾਨੂੰ ਕਿ ABCD ਜਿਹੜਾ ਹੈ ਉਹ ਇੱਕ ਰੋਮਬਸ ਜਾਂ ਕੀ, ਉਹਨੇ ਸਿੰਪਲੀ ਇਹ ਕਹਿ ਦਿੱਤਾ ਸੀਗਾ ਕਿ ਇੱਕ ਕੋਆਰਡੀਨੇਟ ਹੈ। ਠੀਕ ਹੈ, ਤਾਂ ਇਨ ਦਾ ਫਰਸਟ ਪਾਰਟ, ਜਿਹੜਾ ਫਰਸਟ ਪਾਰਟ ਯਾਨੀ ਅਸੀਂ ਜਿਹੜਾ ਪਿੱਛੇ ਕੁਐਸਚਨ ਕਰਕੇ ਆਏ ਕਿ PQRS ਇਜ਼ ਅ ਪੈਲੋਗ੍ਰਾਮ, ਜਿਹੜਾ ਹੁਣੇ ਪਿੱਛੇ ਕਰਕੇ ਆਏ ਬਿਲਕੁਲ ਸੇਮ, एवरीथिंग ਸੇਮ ਤੁਸੀਂ ਕਰਨੀ ਹੈ ਇਸ ਕੁਐਸਚਨ ਦੇ ਵਿੱਚ ਵੀ, ਜੋ ਪਿਛਲੇ ਫਰਸਟ ਕੁਐਸਚਨ ਚ ਆਪਾਂ ਕੀਤਾ ਹੈ ਸਾਰਾ ਸੇਮ ਤੁਸੀਂ ਇਹਦੇ ਚ ਵੀ ਕਰਕੇ ਦਿਖਾਣਾ ਹੈ। ਪਹਿਲਾਂ ਕਿ PQRS ਇਜ਼ ਅ ਪੈਲੋਗ੍ਰਾਮ, ਪਹਿਲਾਂ ਅਸੀਂ ਆ ਪ੍ਰੂਫ ਕਰ ਦੇਣਾ, ਸੇਮ ਕੁਝ ਵੀ ਚੇਂਜ ਨਹੀਂ ਹੈ ਕੁਐਸਚਨ ਦੇ ਅੰਦਰ, ਸਾਰਾ एवरीथिंग इज सेम। ठीक है, बस ਇਹਦੇ ਚ ਆਪਾਂ ਇੱਕ ਐਕਸਟਰਾ ਚੀਜ਼ ਪ੍ਰੂਫ ਕਰਕੇ ਦਿਖਾਣੀ ਹੈ, ਉਹ ਆ ਪ੍ਰੂਫ ਕਰਕੇ ਦਿਖਾਣੀ ਹੈ कि ਉਹਨੇ ਕਿਹਾ ਸਾਨੂੰ ਕਿ PQRS is a rectangle, ਕਿ ਜਿਹੜਾ PQRS ਹੈ ਇੱਕ ਰੈਕਟੈਂਗਲ ਹੈ, ਇਹ ਅਸੀਂ ਇਹਦੇ ਚ ਪ੍ਰੂਫ ਕਰਕੇ ਦਿਖਾਣਾ। ਤਾਂ ਇਟ ਮੀਨਸ ਮੈਨੂੰ ਇੱਥੇ ਆ ਪ੍ਰੂਫ ਕਰਕੇ ਦਿਖਾਉਣ ਦੀ ਹੋਰ ਲੋੜ ਹੈ ਕਿ ਇਹਦੇ ਜਿਹੜੇ ਵਰਟੈਕਸ ਵਾਲੇ ਐਂਗਲ ਨੇ, ਆ ਵਾਲੇ ਐਂਗਲ, ਇਹ ਸਾਰੇ ਐਂਗਲ 90 ਡਿਗਰੀ, ਇਹ ਅਸੀਂ ਪ੍ਰੂਫ ਕਰਕੇ ਦਿਖਾਣਾ ਵਾ ਐਕਸਟਰਾ। ਠੀਕ ਹੈ, ਬਾਕੀ ਤਾਂ ਸਾਰਾ ਸੇਮ ਆਪਣੇ ਕੋਲ ਜਿੱਦਾਂ ਅਸੀਂ ਪ੍ਰੂਫ ਕਰਦੇ ਪਏ ਆ, ਕੀਤਾ ਪਿਛਲਾ ਕੁਐਸਚਨ ਫਸਟ ਵਾਲਾ ਉਦਾਂ ਹੀ ਕਰਾਂਗੇ, बस आ इनदे च एक्स्ट्रा पोर्शन आ गया कि इनदे आ सारे जेडे एंगल ने 90 डिग्री दे ने, ये ਅਸੀਂ प्रूव करके एक्स्ट्रा दिखाना है क्वेश्चन में। ठीक है, तो फर्स्ट ऑफ ऑल गिवन जेड़ा है वो सेम लिखा जाएगा अपना जो उसके पीछे लिखा सी। ठीक है, मैं एक्सप्लेन नहीं करता, सीधा लिख देना सेम एज इन क्वेश्चन फर्स्ट, जिवें ਆਪਾਂ फर्स्ट क्वेश्चन च लिखा सी गिवन, सारा वही तुसी सेम लिख देना, इनदे च भी कोई चेंज नहीं है, कोई नाम भी सेम है, डायग्राम भी सेम है। ठीक है, ਤਾਂ ਇੱਥੇ ਮੈਂ ਸੇਮ ਉਦੋਂ ਹੀ ਲਿਖਤਾ, ਤੁਸੀਂ ਪਿਛਲਾ ਦੇਖ ਕੇ ਲਿਖ ਸਕਦੇ ਹੋ ਇਹਦੇ ਚ ਜੋ ਪਿੱਛੇ ਗਿਵਨ ਲਿਖਵਾਇਆ ਸੀਗਾ। ਨਾਓ ਟੂ ਪ੍ਰੂਵ, ਅਸੀਂ ਪ੍ਰੂਫ ਕਰਕੇ ਦਿਖਾਣਾ ਹੈ, ਕੀ ਪ੍ਰੂਫ ਕਰਕੇ ਦਿਖਾਣਾ ਹੈ that PQRS is a rectangle, ਅਸੀਂ ਆ ਪ੍ਰੂਫ ਕਰਕੇ ਦਿਖਾਣਾ ਹੈ ਕਿ ਰੈਕਟੈਂਗਲ ਹੈ। ਤੇ ਰੈਕਟੈਂਗਲ ਦੀ ਲਈ ਆਪਣੇ ਕੋਲ ਮੇਨ ਗੱਲਾਂ ਕਿਆ ਹੁੰਦੀਆਂ ਨੇ, ਇੱਕ ਤਾਂ ਅਸੀਂ ਆਹੀ ਕਹਿੰਦੇ ਆ ਕਿ ਇੱਕ ਪੈਲੋਗ੍ਰਾਮ ਹੋਣਾ ਚਾਹੀਦਾ ਵਾ, ਅਸੀਂ ਆ ਪ੍ਰੂਫ ਜੇ ਅਸੀਂ ਕਰਦੇ ਕਿ ਪੈਲੋਗ੍ਰਾਮ ਹੈ। ਠੀਕ ਹੈ, ਤੇ ਦੂਜਾ ਅਸੀਂ ਇਹਦੇ ਚ ਪ੍ਰੂਫ ਕਰਨਾ ਹੁੰਦਾ ਹੈ ਕਿ ਇਹਦੇ ਸਾਰੇ ਐਂਗਲ ਜਿਹੜੇ ਨੇ ਉਹ 90 ਡਿਗਰੀ ਦੇ, ਆ ਮੇਨ ਇਹਦੇ ਕੁਐਸਚਨ ਦੇ ਵਿੱਚ ਆਪਣਾ ਹੈਗਾ। ਠੀਕ ਹੈ, ਸੋ ਫॉर ਦਿਸ ਥਿੰਗ ਅਸੀਂ ਕੀ ਕਰ ਸਕਦੇ ਹਾਂ, ਲੈਟਸ ਸਟਾਰਟ। ਸੋ ਫਸਟ ਪ੍ਰੂਫ ਸੇਮ ਸਭ ਕੁਝ ਉੱਦੇ ਕਰਾਂਗੇ। इन ट्रायंगल, केड़ा वाला ट्रायंगल ਅਸੀਂ ਲੈ ਰਹੇ ABC, ABC ट्रायंगल ਜੇ ਅਸੀਂ ਯੂਜ਼ ਕਰੀਏ ਤਾਂ ਆਪਾਂ ਕੀ ਕਹਿ ਸਕਦੇ ਹਾਂ ਇਹਦੇ ਚ ਕਿ since P and Q are the midpoints, सेम बिल्कुल उदा ही, कोई चेंज नहीं है, midpoints of केड़ी साइड ने AB and BC, AB ਤੇ BC ਦਾ ਮਿਡ ਪੁਆਇੰਟ ਹੈ, ਸੇਮ ਬਿਲਕੁਲ ਉਦਾਂ ਹੀ ਜੋ ਪਿੱਛੇ ਕੀਤਾ ਹੈ। therefore PQ is parallel to AC, PQ ਜਿਹੜਾ ਹੈ ਉਹ AC ਦੇ ਪੈਰਲਲ ਦੇ ਵਿੱਚ ਹੈਗਾ ਵਾ। ਠੀਕ ਹੈ, ਇਹਨੂੰ ਨੰਬਰ 1 ਕਹਿ ਦੋ, ਐਂਡ therefore ਅਸੀਂ ਇਹ ਵੀ ਲਿਖ ਸਕਦੇ ਹਾਂ ਇਹਦੇ ਚ ਕਿ PQ is equal to half of AC, ਇਹਨੂੰ ਨੰਬਰ 2 ਕਹਿ ਦੋ, ਤੇ ਇਹਦਾ ਰੀਜ਼ਨ ਪਾ ਸਕਦੇ ਹੋ ਮਿਡ ਪੁਆਇੰਟ ਥਿਓਰਮ, ਮਿਡ ਪੁਆਇੰਟ ਥਿਓਰਮ ਦੇ ਅਕੋਰਡਿੰਗ। ਹਾਂ ठीक है, सो हम सेम आप दूजे ट्रायंगल च भी जावांगे जेड़ा बिल्कुल इनके ऑपोजिट च तुहानू ट्रायंगल नजर आ रहा है, यानी कि इन ट्रायंगल ADC ट्रायंगल दी आपां जे गल करदे हां, इनदे च भी असीं की लिख सकदे हां दैट सिंस किधर गया, हाँ, सिंस S and R are the midpoints of AD and CD midpoints ने, तो आप लिख सकते हैं इस भी सेम है that SR is parallel to AC, जेड़ा SR है वो AC के पैरेलल दे विच है from equation 3rd, and SR is equal to half of AC, तो जेड़ा SR है वो half of AC के बराबर भी है अपने को। ठीक है, सी जरा है इसके विच करता है। सो दिस इज इक्वेशन नंबर 4 एंड द रीजन इज अगेन मिड पॉइंट थ्योरम।
मिड पॉइंट थ्योरम के अकॉर्डिंग साडे कोल। सो ये हो गया अपने कोल। सो फ्रॉम इक्वेशन 1 एंड 3, 1 एंड 3 तो ਅਸੀਂ लिख सकते हैं कि PQ is parallel to SR 5, and from equation second and fourth तो ਤੁਸੀਂ लिख सकते हो that PQ is equal to SR, equation number 6, therefore PQRS is a parallelogram। लो जी, ਆ ਤਾਂ ਸਾਰਾ ਕੰਮ ਪੁਰਾਣਾ ਹੀ ਤੁਹਾਡਾ ਸੀਗਾ ਜੋ ਮੈਂ ਇੱਥੇ ਕਰਕੇ ਦਿਖਾਇਆ ਤੁਹਾਨੂੰ ਪੈਰਲੋਗ੍ਰਾਮ ਤੱਕ ਦਾ, ਉਹ ਸਾਡਾ ਸਾਰਾ ਸੇਮ ਹੈ। ਹੁਣ ਅਸੀਂ ਇਹਦਾ ਮੇਨ ਪਾਰਟ ਪ੍ਰੂਫ ਕਰਕੇ ਦਿਖਾਣਾ ਹੈ ਕਿ ਇਹਦੇ ਜਿਹੜੇ ਸਾਰੇ ਐਂਗਲ ਨੇ these angle are of 90 डिग्री। ਮੇਨ ਤੁਹਾਡਾ ਇਸ ਕੁਐਸਚਨ 'ਚ ਹੁਣ ਆਹੀ ਹੈ, ਔਰ ਇਹੀ ਥੋੜਾ ਜਿਹਾ ਸਾਨੂੰ ਪਰੇਸ਼ਾਨ ਵੀ ਕਰਦਾ ਹੈ ਇਸ ਕੁਐਸਚਨ ਦੇ ਵਿੱਚ, ਠੀਕ ਹੈ। ਤਾਂ ਇਹਦੇ 'ਚ ਆਪਾਂ ਫਿਰ ਕਰਨਾ ਕੀ ਹੈ, ਫਸਟ ਆਫ ਆਲ since ABCD is a rhombus, ਜਿਹੜਾ ABCD ਹੈ ਉਹ ਸਾਡਾ ਇੱਕ rhombus ਹੈ, ਤੇ ਜੇ rhombus ਹੈ इसका मतलब AB ਜਿਹੜਾ ਹੈ that is equal to BC, ਜਿਹੜੀ ਆ ਸਾਈਡ ਹੈ AB is equal to BC। ਵੈਸੇ ਤਾਂ CD ਔਰ AD ਇਹ ਵੀ ਚਾਰੇ ਆਪਸ ਦੇ ਵਿੱਚ ਬਰਾਬਰ ਨੇ, ਬਟ ਫਿਲਹਾਲ ਮੈਨੂੰ AC ਦੀ ਲੋੜ ਹੈਗੀ, ਠੀਕ ਹੈ। ਸੋ AB is equal to BC। now do half on both side, half इधर भी करना half उधर भी करना, half of AB कितना मैं, half of BC कितना मैं। जे मैं half of AB कहूंगा तो इस AB का जे मैं half करूंगा तो आ वाला ਜਿਹੜਾ है आ जाएगा मेरे को, यानी मैं इन्हू BP लिख सकता एक तरीके नाल, या सो BP is equal to BQ, आ साइड इनके बराबर होगी। ਤੇ ਤੁਹਾਨੂੰ ਸਾਰਿਆਂ ਨੂੰ ਚੰਗੀ ਤਰੀਕੇ ਨਾਲ ਪਤਾ ਹੈ ਕਿ ਜਦੋਂ ਕਿਸੇ ਟ੍ਰਾਇੰਗਲ ਦੇ ਵਿੱਚ ਅਸੀਂ ਦੋ ਸਾਈਡਾਂ ਇਕੁਅਲ ਪ੍ਰੂਫ ਕਰ ਦਿੰਨੇ ਆ ਤਾਂ ਉਹਨਾਂ ਦੇ ਕੋਰਸਪੋਂਡਿੰਗ ਐਂਗਲਸ ਜਿਹੜੇ ਨੇ ਉਹ ਵੀ ਆਪਸ 'ਚ ਇਕੁਅਲ ਹੋ ਜਾਂਦੇ ਨੇ, ਯਾਨੀ ਕਿ this angle is equal to this angle, ठीक है। ਅਸੀਂ ਇਹ ਇਸ ਕੁਐਸਚਨ 'ਚ ਕਹਤਾ ਕਿ ਜਦੋਂ ਆਪਾਂ ਨੇ ਕੋ ਸਾਈਡ ਪ੍ਰੂਫ ਹੋ ਗਈਆਂ ਇਕੁਅਲ ਤਾਂ ਉਹਨਾਂ ਦੇ ਕੋਰਸਪੋਂਡਿੰਗ ਐਂਗਲਸ ਵੀ ਇਕੁਅਲ ਹੋ ਜਾਣਗੇ। देयरफॉर एंगल 1 is equal to एंगल 2। नंबर ਇਹਨੂੰ ਦੇ ਦਿਓ 6 7 7 ਨੰਬਰ ਦੇ ਕੇ ਫਿਲਹਾਲ ਇੱਥੇ ਛੱਡ ਦਿਓ। ਹੁਣ ਆਪਾਂ ਮੂਵ ਕਰਦੇ ਹਾਂ, ਇਸ ਤੋਂ ਬਾਅਦ ਜਿਹੜਾ ਅਸੀਂ ਮੂਵ ਕਰਨਾ ਹੈ ਨੈਕਸਟ ਸਾਈਡ ਤੇ। ਹੁਣ ਆ ਜਾਓ ਇੱਧਰ ਵਾਲੇ ਪਾਸੇ। ਅਸੀਂ ਇਹ ਕਿਹਾ ਕਿ AB ਦਾ ਹਾਫ ਕਰਾਂਗੇ ਤਾਂ ਇਹ ਬਰਾਬਰ ਹੈ, ਤੇ ਫਿਰ ਆ ਵਾਲਾ ਪਾਰਟ ਵੀ ਤਾਂ ਆਪਸ ਵਿੱਚ ਬਰਾਬਰ ਹੋਊਗਾ ਸਿਮਿਲਰਲੀ, ਇਸੇ ਤਰੀਕੇ ਨਾਲ, ਠੀਕ ਹੈ। ਸਿਮਿਲਰਲੀ AP is equal to CQ, ਜਿਹੜਾ AP ਹੈ ਉਹ CQ ਦੇ ਇਕੁਅਲ ਹੋਏਗਾ ਆਪਣੇ ਕੋਲ, ਠੀਕ ਹੈ। ਜੇ ਆ ਇਦਾਂ ਹੋ ਜਾਂਦਾ ਹੈ AP is equal to CQ। ਇੱਕ ਮਿੰਟ, ਇਸ ਤੋਂ ਪਹਿਲਾਂ ਨਾ ਤੁਸੀਂ ਇੱਕ ਚੀਜ਼ ਹੋਰ ਕਰ ਸਕਦੇ ਹੋ, ਥੋੜਾ ਜਿਹਾ ਚੇਂਜ ਕਰ ਲਾ ਕੁਐਸਚਨ ਦੇ ਵਿੱਚ। ओके, सो फर्स्ट ऑफ ऑल ਆਪਾਂ ਇਹਦੇ ਯੂਜ਼ ਕਰਨ ਜਾ ਰਹੇ ਇਨ ਟ੍ਰਾਇੰਗਲ APS ਐਂਡ ਟ੍ਰਾਇੰਗਲ QCR। ਆ ਦੋ ट्रायंगल्स ਨੂੰ ਅਸੀਂ ਕੌਨਗਰੂਐਂਸ ਪ੍ਰੂਫ ਕਰਦੇ ਹਾਂ, क्योंकि मैं आ वाला एंगल इक्वल प्रूफ करना है, आ वाला इधर वाले एंगल ना जेडे ए वाले में एंगल आपस में इक्वल प्रूफ करने, इस करके मैं इन्हां दी कॉन्ग्रुएंसी यूज करूंगा। तो फर्स्ट ऑफ ऑल ਅਸੀਂ ਇਹਦੇ ਚ ਲਿਖ ਸਕਦੇ ਹਾਂ that AP is equal to QC, क्योंकि ਆਪਾਂ ਨੂੰ ਇੱਕ ਤਰੀਕੇ ਨਾਲ ਪਤਾ ਹੀ ਹੈ ਕਿ P and Q ਜਿਹੜੇ ਨੇ ਉਹ ਮਿਡ ਪੁਆਇੰਟਸ ਨੇ, ਇਸ ਕਰਕੇ ओके। ਹੋਰ ਆਪਾਂ ਨੂੰ ਇਸ ਕੁਐਸਚਨ 'ਚ ਕੀ ਪਤਾ ਹੈ, ਸਿਮਿਲਰਲੀ ਆਪਾਂ AS is equal to CR ਵੀ ਕਹਿ ਸਕਦੇ ਹਾਂ, ਸੇਮ ਰੀਜ਼ਨ, ਕਿਉਂਕਿ S ਤੇ R ਮਿਡ ਪੁਆਇੰਟਸ ਨੇ। ਐਂਡ ਥਰਡ ਥਿੰਗ ਤੁਸੀਂ ਲਿਖ ਸਕਦੇ ਹੋ ਇਹਦੇ ਵਿੱਚ ਕਿ PS is equal to QR, ਜਿਹੜਾ PS ਹੈ ਉਹ QR ਦੇ ਗਿਵਨ ਹੈ, ਠੀਕ ਹੈ। ਇਹ ਆਪਸ ਦੇ ਵਿੱਚ ਜਿਹੜੇ ਨੇ ਇਹ ਵੀ ਸਾਡੇ ਇਕੁਅਲ ਨੇ, क्योंकि ਅਸੀਂ ਇਹ ਪ੍ਰੂਫ ਕਰਕੇ ਆਏ ਹਾਂ ਕਿ ਆ ਸਾਡਾ ਇੱਕ ਰੈਕਟੈਂਗਲ ਹੈ, ਤੇ ਰੈਕਟੈਂਗਲ ਪੈਰਲੋਗ੍ਰਾਮ ਅਸੀਂ ਪ੍ਰੂਫ ਕਰਦੇ, ਪੈਰਲੋਗ੍ਰਾਮ ਦੇ ਵਿੱਚ ਕੀ ਹੈ ਆਪੋਜ਼ਿਟ ਸਾਈਡਾਂ ਹਮੇਸ਼ਾ ਬਰਾਬਰ ਹੁੰਦੀਆਂ, ਇਸ ਕਰਕੇ ਕਿ PQRS is a parallelogram।
ये तुसी इनदे प्रूफ करके आए हो, इस करके इनदी आ साइडा बराबर हो जाएंगियां। सो therefore triangle APS is congruous to triangle QCR by SSS, क्योंकि तीन साइडा असीं इक्वल प्रूफ कीतियां ने। जे एंगल आपस विच बराबर हो जाते ने तां तुसी बड़े आराम नाल लिख सकते हो कि this angle 3 will be equal to this angle, यानी कि angle 4. Therefore angle 3 is equal to angle 4 reason by CPCT के थ्रू आ दोनों साडे एंगल बराबर हो जाते हैं। ओके, आफ्टर दिस वन हुण असीं की कर सकते हैं, जे तुसीं थोड़ा जिहा ध्यान नाल इत्थे देखो तां आ सारा जिवें एंगल तीनों नूं प्लस करदा इत्थे आ वाली सारी एंगल आ तीनों एंगल, जे आ तीनों एंगल असीं प्लस कर दईए एंगल 3 ते एंगल आ SP क्यू वाला एंगल ते आ वाला एंगल, ये तीनों जे आपस विच प्लस कर दईए ते तीनों आपस विच मिल के बनांदे पए ने साडा लीनियर पेयर। ठीक है, आ तीनों एंगल जिहड़े ने आपस विच मिल के बना रहे ने लीनियर पेयर बना रहे ने। सो ਅਸੀਂ ਕੀ ਕਰਨ ਜਾ ਰਹੇ ਇਸ ਇਹਨਾਂ ਕੁਐਸਚਨ ਦੇ ਵਿੱਚ, ਇਹਦਾ ਵਿੱਚ ਵਾਲੇ ਦਾ ਵੀ ਨਾਮ ਲੈ ਲਓ, ਥੋੜਾ ਆਸਾਨ ਹੋ ਜਾਏਗਾ ਆਪਣੇ ਕੋਲ ਹੋਰ ਵੀ। ਮੈਂ ਇਸ ਨੂੰ ਕਹਿ ਦੇਣਾ एंगल 5, ਇੱਧਰ ਵਾਲਾ ਆਪਾਂ एंगल 6 ਠੀਕ ਹੈ। ਓਕੇ, ਸੋ ਆਪਾਂ ਨੂੰ ਪਤਾ ਹੈ ਇਹਦੇ ਚ ਕਿ एंगल 3 अच्छा एक नंबर 8 दे दो, ਦੀ ਲੋੜ ਪੈਣੀ ਹੈ। एंगल 3 plus angle 5 plus angle 1 is equal to 180, इक्वेशन नंबर 9। ठीक है, क्योंकि ये साडा हैगा लीनियर पेयर्स, जिन्हों आपां लीनियर पेयर्स कहते हैं वो चीज है। सिमिलरली एंगल 4 plus angle 6 plus angle 2 is equal to 180, equation number 10। in the reason be same linear pairs। so from equation 9 and equation 10, 9 and 10 जो तुसीं देखो एक साइड बराबर हैगी अपने कोल तां दूजी साइड ऑटोमैटिकली बराबर हो जाएगी, यानी एंगल 3 प्लस एंगल 5 प्लस एंगल 1 is equal to एंगल 4 प्लस एंगल 6 प्लस एंगल 2, ये सारे आपस में बराबर हो जाएंगे। ਅਸੀਂ ਉੱਪਰ प्रूफ करके आए हैं कि ਜਿਹੜਾ 3 है 4 ਦੇ बराबर है, इट मीन्स मैं 3 ਨੂੰ 4 ਨਾਲ कैंसल करता। ठीक है, इसे तरीके नाल तुसीं इहदे च ਇਹ भी कह सकते हो कि ਜਿਹੜਾ है ਆਪਾਂ एक प्रूफ आ देखो आ रहा 1 ਨੂੰ ਆਪਾਂ 2 ਦੇ ਇਕੁਅਲ प्रूफ ਕੀਤਾ है, यानी 1 is equal to 2 भी कैंसल हो गया, तो ਸਾਡੇ ਕੋਲ ਕੀ ਬਚਿਆ ਫਿਰ ਇੱਥੇ that एंगल 5 ਜਿਹੜਾ है वो एंगल 6 ਤੇ इक्वल होएगा। 5 ਤੇ 6 आपस ਵਿੱਚ इक्वल ਅਸੀਂ प्रूफ करते हैं। जे इक्वल प्रूफ हो गए ने ਤਾਂ ਤੁਸੀਂ ਇੱਥੇ ਪ੍ਰੋਪਰਟੀ ਲਗਾ ਸਕਦੇ ਹੋ, क्या वो एंगल 5 प्लस एंगल 6 is equal to 180 डिग्री, क्योंकि PS is parallel to QR। ਅਸੀਂ ਪੜ੍ਹ ਕੇ ਆਏ ਆ ਕਿ ਲਾਈਨਾਂ ਜਦੋਂ ਆਪਸ ਵਿੱਚ ਪੈਰਲਲ ਹੁੰਦੀਆਂ ਤੇ ਉਹਨਾਂ ਦੇ ਸੇਮ ਸਾਈਡ ਤੇ ਐਂਗਲ ਦਾ ਸਮ 180 डिग्री ਹੁੰਦਾ ਹੈ, ਉਹ ਚੀਜ਼ ਮੈਂ ਇੱਥੇ ਅਪਲਾਈ ਕੀਤੀ ਹੈ। ਸੋ एंगल 5 प्लस एंगल 5 प्लस एंगल 6 ਦੀ ਥਾਂ ਤੇ ਆਪਾਂ 5 ਲਿਖ ਸਕਦੇ ਹਾਂ, या 5 ਦੀ ਥਾਂ ਤੇ 6 भी लिख सकते हो, जिद्दां मर्जी कर लो, कोई इशू नहीं है। सो एंगल 5 प्लस एंगल 5 हो जाएगा 2 एंगल 5 इज इक्वल टू 180 डिग्री। तो एंगल 5 इज इक्वल टू क्या हो जाएगा अपने को 180 अपॉन 2, इन्हों डिवाइड किया 90 डिग्री आ गया। लो जी देखो तुहाडा इत्थों ये भी प्रूफ हो गया कि एंगल 5 90 है। सो इट मीन्स एंगल सारे एंगल ईच एंगल इज 90 डिग्री। ਅਸੀਂ ਆ ਪ੍ਰੂਫ ਕਰਤਾ ਕਿ ਇਸ ਦੇ ਸਾਰੇ ਐਂਗਲ 90 डिग्री ने, therefore PQRS is a rectangle। ਹਾਂ ਹੋ ਗਈ ਸਾਡੀ ਗੱਲ ਪ੍ਰੂਫ। ਬਸ ਥੋੜਾ ਇੱਥੇ ਜਿਹੜਾ ਕੰਮ ਲੈਂਥੀ ਸੀਗਾ ਉਹ 90 डिग्री वाले एंगल ਨੂੰ ਲੈ ਕੇ ਥੋੜਾ ਕੰਮ ਲੈਂਥੀ ਸੀਗਾ ਕਿ 90 ਵਾਲਾ ਜਿਹੜਾ ਸੀ ਪ੍ਰੂਫ ਕਰਨਾ ਸੀ, that was, ਅਦਰਵਾਈਜ਼ ਤੁਹਾਡਾ ਸਾਰਾ ਇਹਦੇ ਚ ਹੋ ਗਿਆ। ਠੀਕ ਹੈ, ਕਿਉਂਕਿ ਪਿਛਲਾ ਵਾਲਾ ਪਾਰਟ ਹੀ ਸੀਗਾ। This part just was little bit lengthy to prove 90 degree।